ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਰੇਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਆਪਾਂ ਇਸ ਵੀਡੀਓ ਦੇ ਵਿੱਚ 12ਵੀਂ ਜਮਾਤ ਦੇ ਪੰਜਾਬੀ ਦੀ ਪਾਠ ਪੁਸਤਕ ਲਾਜ਼ਮੀ ਪੰਜਾਬੀ ਦੇ ਤੀਜੇ ਪਾਠ ਪੰਜਾਬ ਦੀਆਂ ਲੋਕ ਖੇਡਾਂ ਦੇ ਪ੍ਰਸ਼ਨ ਉੱਤਰ ਕਰਾਂਗੇ। ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਲੋਕ ਖੇਡਾਂ ਜਿਹੜੀਆਂ ਹਨ ਉਹ ਪੰਜਾਬੀ ਲੋਕ ਜੀਵਨ ਦਾ ਅਭਿੰਨ ਅੰਗ ਹਨ। ਇਹ ਪੰਜਾਬੀ ਲੋਕਾਂ ਦੇ ਦਿਲ ਪਰਚਾਵੇ ਦਾ ਪ੍ਰਮੁੱਖ ਸਾਧਨ ਰਹੀਆਂ ਹਨ। ਖੇਡਣਾ ਮਨੁੱਖ ਦੀ ਕੀ ਹੈ? ਮੂਲ ਪ੍ਰਵਿਰਤੀ ਹੁੰਦੀ ਹੈ। ਖੇਡ ਕਿਰਿਆ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ ਅਤੇ ਇਹ ਬੱਚੇ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀ ਸੂਚਕ ਹੁੰਦੀ ਹੈ। ਖੇਡ ਆਰੰਭ ਕਰਨ ਤੋਂ ਪਹਿਲਾਂ ਬੱਚੇ ਕੀ ਕਰਦੇ ਹਨ? ਪੁੱਗਦੇ ਹਨ। ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਪਾਠ ਦਾ ਨਾਂ ਹੈ ਪੰਜਾਬ ਦੀਆਂ ਲੋਕ ਖੇਡਾਂ। ਇਸ ਦਾ ਪਹਿਲਾ ਪ੍ਰਸ਼ਨ ਹੈ, ਪੰਜਾਬ ਦੀਆਂ ਲੋਕ ਖੇਡਾਂ ਲੇਖ ਦੇ ਆਧਾਰ 'ਤੇ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਇਸ ਦਾ ਉੱਤਰ ਆਵੇਗਾ, ਮਨੁੱਖ ਆਦਿ ਕਾਲ ਤੋਂ ਹੀ ਖੇਡਣ ਵਿੱਚ ਦਿਲਚਸਪੀ ਲੈਂਦਾ ਰਿਹਾ ਹੈ। ਇਹ ਕੁਦਰਤੀ ਰੁਚੀ ਬੱਚੇ ਦੇ ਜਨਮ ਨਾਲ ਹੀ ਪ੍ਰਫੁੱਲਤ ਹੋਣ ਲੱਗਦੀ ਹੈ। ਬੱਚਾ ਅਜੇ ਕੁਝ ਦਿਨਾਂ ਦਾ ਹੀ ਹੁੰਦਾ ਹੈ ਕਿ ਉਹ ਲੱਤਾਂ ਬਾਹਾਂ ਮਾਰ ਕੇ ਖੇਡਣ ਲੱਗ ਪੈਂਦਾ ਹੈ ਅਤੇ ਖੇਡਣ ਦੀ ਉਸਦੀ ਇਹ ਰੁਚੀ ਹੀ ਉਸ ਦੇ ਸਰੀਰਕ ਅਤੇ ਮਾਨਸਿਕ ਅਤੇ ਬੌਧਿਕ ਵਿਕਾਸ ਦੀ ਸੂਚਕ ਹੁੰਦੀ ਹੈ। ਇਸ ਪ੍ਰਕਾਰ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਅਤੇ ਇਹ ਉਸ ਦਾ ਇੱਕ ਜਿਹੜਾ ਹੈ ਉਹ ਸਹਿਜ ਕਰਮ ਹੈ। ਜਨਮ ਪਿੱਛੋਂ ਆਪਣੇ ਜੁੱਸੇ, ਵਿੱਤ ਅਤੇ ਸੁਭਾਅ ਅਨੁਸਾਰ ਨਵੀਆਂ ਖੇਡਾਂ ਸਿਰਜਦਾ ਅਤੇ ਉਹਨਾਂ ਨਾਲ ਆਪਣਾ ਮਨੋਰੰਜਨ ਕਰਦਾ ਹੋਇਆ ਬੱਚਾ ਆਪਣੇ ਸਰੀਰਕ ਅਤੇ ਮਾਨਸਿਕ ਬਲ ਦਾ ਵਿਕਾਸ ਕਰਦਾ ਹੈ। ਇਸ ਦਾ ਦੂਜਾ ਪ੍ਰਸ਼ਨ ਹੈ, ਲੋਕ ਖੇਡਾਂ ਮਨੁੱਖ ਨੂੰ ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ? ਇਸ ਦਾ ਉੱਤਰ ਆਵੇਗਾ, ਲੋਕ ਖੇਡਾਂ ਮਨੁੱਖ ਨੂੰ ਮਨੋਰੰਜਨ, ਉਤਸ਼ਾਹ, ਮਿਲਵਰਤਨ, ਮਨੁੱਖੀ ਸਾਂਝ ਅਤੇ ਪਿਆਰ ਆਦਿ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ। ਅਗਲਾ ਪ੍ਰਸ਼ਨ ਹੈ, ਲੋਕ ਖੇਡਾਂ ਪਾਠ ਦੇ ਆਧਾਰ 'ਤੇ ਦੱਸੋ ਕਿ ਲੋਕ ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ। ਇਹ ਕਿਵੇਂ ਇਸ ਦੀ ਅਹਿਮ ਭੂਮਿਕਾ ਜਿਹੜੀ ਹੈ ਉਹ ਮਨੁੱਖ ਦੇ ਜੀਵਨ ਦੇ ਵਿੱਚ ਹੁੰਦੀ ਹੈ? ਇਸ ਦਾ ਉੱਤਰ ਆਵੇਗਾ, ਲੋਕ ਖੇਡਾਂ ਜਿੱਥੇ ਮਨੁੱਖ ਦਾ ਮਨੋਰੰਜਨ ਕਰਦੀਆਂ ਹਨ ਉੱਥੇ ਉਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਮਨੁੱਖ ਦੇ ਸਰੀਰ ਵਿੱਚ ਬਲ ਦਾ ਵਾਧਾ ਕਰਦੀਆਂ ਹਨ ਅਤੇ ਰੂਹ ਨੂੰ ਅਕਹਿ ਖੁਸ਼ੀ ਦਿੰਦੀਆਂ ਹਨ। ਅਕਹਿ ਮਤਲਬ ਬਹੁਤ ਜ਼ਿਆਦਾ, ਜੋ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਲੋਕ ਖੇਡਾਂ ਨਾਲ ਬੱਚੇ ਦੇ ਅੰਦਰ ਕਿਹੜੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ? ਇਹ ਵੀ ਦੱਸੋ ਕਿ ਉਹ ਕਿਹੜੀਆਂ ਖੇਡਾਂ ਹਨ? ਇਸ ਦਾ ਉੱਤਰ ਆਵੇਗਾ, ਲੋਕ ਖੇਡਾਂ ਨਾਲ ਬੱਚਿਆਂ ਵਿੱਚ ਮਿਲਵਰਤਨ, ਵਿਤਕਰੇ ਰਹਿਤ ਜੀਵਨ ਜਿਉਣ, ਚੰਗੀ ਖੇਡ ਖੇਡਣ, ਧੋਖਾ ਨਾ ਕਰਨ, ਨਸ਼ਿਆਂ ਤੋਂ ਦੂਰ ਰਹਿਣ, ਭਾਈਚਾਰਕ ਸਾਂਝ ਅਤੇ ਪ੍ਰੇਮ ਪਿਆਰ ਦੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਕਬੱਡੀ, ਰਾਖਸ਼ੀ ਕੁਸ਼ਤੀ, ਬੋਰੀ ਚੁੱਕਣਾ ਆਦਿ ਅਜਿਹੀਆਂ ਖੇਡਾਂ, ਇਹ ਸਾਰੀਆਂ ਜਿਹੜੀਆਂ ਖੇਡਾਂ ਹਨ ਉਹ ਮਨੁੱਖ ਵਿੱਚ ਅਜਿਹੇ ਗੁਣ ਵਿਕਸਿਤ ਕਰਦੀਆਂ ਹਨ। ਵਿਕਸਿਤ ਮਤਲਬ ਡਿਵੈਲਪ ਕਰਦੀਆਂ ਹਨ। ਡਿਵੈਲਪਮੈਂਟ ਉਹਨਾਂ ਦੀ ਇਸ ਨਾਲ ਹੀ ਹੁੰਦੀ ਹੈ ਮਨੁੱਖ ਦੀ। ਅਗਲਾ ਪ੍ਰਸ਼ਨ ਹੈ, ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ? ਇਸ ਦਾ ਉੱਤਰ ਆਵੇਗਾ, ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਆਪਣੇ ਪਿੰਡ ਦੇ ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਬੜੇ ਮਾਣ ਨਾਲ ਨਿਵਾਜਦੇ ਸਨ। ਉਹ ਰਲ ਕੇ ਉਹਨਾਂ ਦਾ ਖੁਰਾਕਾਂ ਦਾ ਪ੍ਰਬੰਧ ਕਰਦੇ ਸਨ ਅਤੇ ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਦੇਸੀ ਘਿਓ ਦੇ ਪੀਪੇ ਖਾਣ ਲਈ ਦਿੰਦੇ ਸਨ। ਉਹ ਉਹਨਾਂ ਦੀਆਂ ਜਿੱਤਾਂ ਨੂੰ ਕੀ ਕਰਦੇ ਹਨ ਕਿ ਪਿੰਡ ਲਈ ਮਾਣ ਦੀ ਗੱਲ ਸਮਝਦੇ ਹਨ। ਅਗਰ ਕੋਈ ਪਹਿਲਵਾਨ ਕੁਸ਼ਤੀ ਕਰਕੇ ਜਾਂ ਕੋਈ ਖਿਡਾਰੀ ਜਿੱਤ ਕੇ ਆਉਂਦਾ ਹੈ ਤਾਂ ਪਿੰਡ ਵਾਲੇ ਉਸ ਨੂੰ ਆਪਣਾ ਮਾਣ ਸਮਝਦੇ ਹਨ। ਅਗਲਾ ਪ੍ਰਸ਼ਨ ਹੈ, ਇਸ ਪਾਠ ਵਿੱਚ ਦਿੱਤੀਆਂ ਗਈਆਂ ਮੁੰਡੇ ਕੁੜੀਆਂ ਦੀਆਂ ਮਨਮੋਹਕ ਖੇਡਾਂ ਉੱਤੇ ਖੋਲ੍ਹ ਕੇ ਰੋਸ਼ਨੀ ਪਾਓ। ਇਸ ਦਾ ਉੱਤਰ ਆਵੇਗਾ, ਉਂਝ ਤਾਂ ਪੰਜਾਬ ਦੀਆਂ ਸਾਰੀਆਂ ਲੋਕ ਖੇਡਾਂ ਮਨਮੋਹਕ ਹਨ। ਮਨਮੋਹਕ ਮਤਲਬ ਮਨ ਨੂੰ ਮੋਹ ਲੈਂਦੀਆਂ ਹਨ, ਪਰੰਤੂ ਇਹਨਾਂ ਵਿੱਚੋਂ ਮੁੰਡਿਆਂ ਕੁੜੀਆਂ ਦੀਆਂ ਵਧੇਰੇ ਮਨਮੋਹਕ ਖੇਡਾਂ ਇਹ ਹਨ, ਬੁੱਢੀ ਮਾਈ, ਭੰਡਾ ਭੰਡਾਰੀਆ, ਉਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਦਾਇਆ ਦਹਕੜੇ, ਬਾਂਦਰ ਕਿੱਲਾ, ਕਿਨ ਮਿਨ, ਕਾਣੀ ਕੌਣ, ਕਿੰਨੀਆਂ, ਸਮੁੰਦਰ ਤੇ ਮੱਛੀ, ਲੱਕੜੀ ਕਾਠ, ਖਾਨ ਘੋੜੀ, ਅੰਨਾ ਝੋਟਾ, ਪੂਛ ਪੂਛ, ਗੁੱਲੀ ਡੰਡਾ, ਪਿੱਠੂ, ਪਿੱਚੋ ਬੱਕਰੀ, ਅੱਡੀ ਛੱਪੜਾ, ਕੁੱਕਾ ਕਾਂਗੜੇ।
ਰੋੜੇ, ਅਖਰੋਟ ਅਤੇ ਸ਼ੱਕਰ ਭਿੱਜੀ। ਇਹ ਬੱਚਿਆਂ ਦਾ ਜਿੱਥੇ ਭਰਪੂਰ ਮਨੋਰੰਜਨ ਕਰਦੀਆਂ ਹਨ, ਉੱਥੇ ਉਹਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵੀ ਖੂਬ ਹਿੱਸਾ ਪਾਉਂਦੀਆਂ ਹਨ। ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ 'ਤੇ ਦੱਸੋ ਕਿ ਉਹ ਕਿਹੜੀ ਖੇਡ ਹੈ ਜੋ ਕ੍ਰਿਕਟ ਦੀ ਖੇਡ ਵਿੱਚ ਜਾ ਸਮੋਈ ਹੈ, ਯਾਨੀ ਕਿ ਕ੍ਰਿਕਟ ਦੇ ਖੇਡ ਦੇ ਵਿੱਚ ਜਾ ਕੇ ਸਮਾ ਗਈ ਹੈ। ਇਸ ਦਾ ਉੱਤਰ ਆਵੇਗਾ ਲੂਣ ਅਤੇ ਲੱਲੇ ਅਜਿਹੀ ਖੇਡ ਹੈ ਜੋ ਕ੍ਰਿਕਟ ਖੇਡ ਵਿੱਚ ਜਾ ਸਮੋਈ ਹੈ। ਅਗਲਾ ਪ੍ਰਸ਼ਨ ਹੈ, ਅੱਕੀ ਛੱਪੜਾ ਜਾਂ ਅੱਡੀ ਟੱਪਾ ਖੇਡ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦੇ ਬਾਰੇ ਦੱਸੋ, ਇਸ ਖੇਡ ਦੇ ਬਾਰੇ ਦੱਸੋ। ਅੱਡੀ ਛੱਪੜਾ ਜਾਂ ਅੱਡੀ ਟੱਪਾ ਕੁੜੀਆਂ ਦੀ ਖੇਡ ਹੈ ਜਿਸ ਵਿੱਚ ਉਹ 2 ਟੋਲੀਆਂ ਬਣਾ ਕੇ ਖੇਡਦੀਆਂ ਹਨ। ਹਰ ਟੋਲੀ ਵਿੱਚ 4-5 ਕੁੜੀਆਂ ਹੁੰਦੀਆਂ ਹਨ। ਇਸ ਰਾਹੀਂ ਕੁੜੀਆਂ ਨੂੰ ਦੌੜਨ, ਉੱਚੀ ਛਾਲ ਮਾਰਨ ਅਤੇ ਸਰੀਰਕ ਤਾਕਤ ਨੂੰ ਜ਼ਬਤ ਕਰਨ ਵਿੱਚ ਰੱਖਣ ਦਾ ਅਭਿਆਸ ਪ੍ਰਾਪਤ ਹੁੰਦਾ ਹੈ। 9ਵਾਂ ਪ੍ਰਸ਼ਨ ਹੈ, ਸ਼ੱਕਰ ਭਿੱਜੀ ਲੋਕ ਖੇਡ ਬਾਰੇ ਜਾਣਕਾਰੀ ਦਿਓ। ਇਸ ਦਾ ਉੱਤਰ ਹੈ, ਸ਼ੱਕਰ ਭਿੱਜੀ ਖੇਡ 4-4, 5-5 ਖਿਡਾਰੀਆਂ ਦੇ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ। ਜਿਸ ਟੋਲੀ ਸਿਰਦਾਈ ਹੋਵੇ ਉਸ ਦੇ ਸਾਰੇ ਖਿਡਾਰੀ ਇੱਕ ਦੂਜੇ ਦਾ ਲੱਕ ਫੜ ਕੇ ਚੁੱਕ ਕੇ, ਯਾਨੀ ਕਿ ਆਪਣੇ ਆਪ ਨੂੰ ਨੀਵੇਂ ਕਰਕੇ ਕੀ ਹੋ ਜਾਂਦੇ ਹਨ, ਖੜੋ ਜਾਂਦੇ ਹਨ, ਝੁੱਕ ਕੇ ਖੜੋ ਜਾਂਦੇ ਹਨ। ਉਹਨਾਂ ਵਿੱਚੋਂ ਸਭ ਤੋਂ ਮੋਹਰਲਾ ਖਿਡਾਰੀ, ਯਾਨੀ ਕਿ ਸਭ ਤੋਂ ਪਹਿਲਾਂ ਜਿਹੜਾ ਅਗਲਾ ਖਿਡਾਰੀ ਹੁੰਦਾ ਹੈ, ਕਿਸੇ ਰੁੱਖ ਜਾਂ ਕੰਧ ਨੂੰ ਹੱਥ ਪਾ ਕੇ, ਰੁੱਖ ਮਤਲਬ ਦਰਖਤ ਜਾਂ ਕਿਸੇ ਦੀਵਾਰ ਦਾ ਹੱਥ ਪਾ ਕੇ ਉਸਦਾ ਕੀ ਲੈਂਦਾ ਹੈ, ਸਹਾਰਾ ਲੈ ਲੈਂਦਾ ਹੈ, ਨਹੀਂ ਤਾਂ ਗੋਡਿਆਂ ਉੱਤੇ ਹੱਥ ਰੱਖ ਲੈਂਦਾ ਹੈ। ਦੂਜੀ ਟੋਲੀ ਦਾ ਹਰ ਇੱਕ ਖਿਡਾਰੀ ਵਾਰੀ-ਵਾਰੀ ਦੌੜਦਾ ਹੋਇਆ ਆਉਂਦਾ ਹੈ ਅਤੇ ਕੀ ਕਰਦਾ ਹੈ, ਟਪੂਸੀ ਮਾਰ ਕੇ, ਯਾਨੀ ਕਿ ਉੱਤੇ ਉਹਨੂੰ ਹੱਥ ਰੱਖ ਕੇ ਉਹਦੇ 'ਤੇ ਛਲਾਂਗ ਮਾਰ ਕੇ ਲੰਮੀ ਘੋੜੀ ਬਣੀ ਟੋਲੀ ਉੱਤੇ ਚੜ੍ਹ ਜਾਂਦਾ ਹੈ। ਜਦੋਂ ਸਾਰੇ ਖਿਡਾਰੀ ਉਸ ਉੱਪਰ ਚੜ੍ਹ ਜਾਂਦੇ ਹਨ ਤਾਂ ਹੇਠਲੇ ਹਿਲ ਜੁਲ ਕੇ ਕੀ ਕਰਦੇ ਹਨ, ਝੁਕ ਕੇ ਉੱਪਰਲਿਆਂ ਦੇ ਪੈਰ ਧਰਤੀ ਉੱਪਰ ਲਾਉਣ ਦਾ ਯਤਨ ਕਰਦੇ ਹਨ ਅਤੇ ਜਦੋਂ ਕਿਸੇ ਇੱਕ ਦਾ ਪੈਰ ਹੇਠਾਂ, ਯਾਨੀ ਕਿ ਜ਼ਮੀਨ ਨੂੰ ਛੂਹ ਲੈਂਦਾ ਹੈ ਤਾਂ ਸਾਰੀ ਟੋਲੀ ਕੀ ਹੋ ਜਾਂਦੀ ਹੈ, ਉਸਦੀ ਵਾਰੀ ਕੱਟੀ ਜਾਂਦੀ ਹੈ। ਪਰ ਜੇਕਰ ਕਿਸੇ ਦਾ ਪੈਰ ਹੇਠਾਂ ਨਾ ਲੱਗੇ ਤਾਂ ਹੇਠਲੀ ਜਿਹੜੀ ਟੋਲੀ ਹੈ, ਜਿਹੜੀ ਝੁੱਕ ਕੇ ਖੜੀ ਹੁੰਦੀ ਹੈ, ਉਹ ਕੀ ਹੋ ਜਾਂਦੀ ਹੈ, ਥੱਕ ਜਾਂਦੀ ਹੈ। ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ ਕਿ ਸ਼ੱਕਰ ਭਿੱਜੀ ਕਿ ਨਾ। ਜੇਕਰ ਹੇਠਲੀ ਟੋਲੀ ਹਾਂ ਕਹਿ ਦੇਵੇ ਤਾਂ ਉਹਨਾਂ ਦੀ ਵਾਰੀ ਕੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ ਅਤੇ ਉੱਪਰਲੇ ਖਿਡਾਰੀ ਹੇਠਾਂ ਉਤਰ ਕੇ ਇੱਕ ਦੂਜੇ ਦਾ ਲੱਕ ਫੜ ਕੇ ਘੋੜੀ ਬਣ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਹੇਠਲੇ ਪਹਿਲੀ ਰੀਤ ਅਨੁਸਾਰ ਹੀ ਉਹਨਾਂ ਦੀ ਸਵਾਰੀ ਕਰਦੇ ਹਨ। ਇਸ ਤਰ੍ਹਾਂ ਖੇਡ ਜਾਰੀ ਰਹਿੰਦੀ ਹੈ, ਯਾਨੀ ਕਿ ਖੇਡ ਜਿਹੜੀ ਆ ਉਹ ਚਲਦੀ ਰਹਿੰਦੀ ਹੈ। ਅਗਲਾ ਪ੍ਰਸ਼ਨ ਹੈ, ਪੰਜਾਬ ਦੀਆਂ ਲੋਕ ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ, ਜਾਂ ਸੁਰਜੀਤ ਮਤਲਬ ਇਹਨਾਂ ਨੂੰ ਦੁਬਾਰਾ ਤੋਂ ਸ਼ੁਰੂਆਤ ਕਰਨਾ ਉਹ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਲੋਕ ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਾਡਾ ਗੌਰਵਮਈ ਵਿਰਸਾ ਹੈ ਅਤੇ ਇਹ ਸਾਨੂੰ ਆਪਣੇ ਬਲਵਾਨ ਵਿਰਸੇ ਨਾਲ ਜੋੜਦੀਆਂ ਹਨ, ਜਿਸ ਤੋਂ ਖੇਡਾਂ ਮਿਲਵਰਤਨ, ਭਾਈਚਾਰਕ ਸਾਂਝ ਵੱਲ, ਛਲ ਰਹਿਤ ਨਸ਼ਾ ਮੁਕਤ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀਆਂ ਹਨ। ਇਹਨਾਂ ਤੋਂ ਹੀ ਸਾਨੂੰ ਇਸ ਤੋਂ ਨਸ਼ੇ ਤੋਂ ਮੁਕਤੀ ਪ੍ਰਾਪਤ ਦੀ, ਯਾਨੀ ਕਿ ਪ੍ਰੇਰਨਾ ਦਿੰਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਪ੍ਰਸ਼ਨ ਹਨ ਜਿਹੜੇ ਕਿ ਇਸ ਦੇ ਵਿੱਚ ਅਸੀਂ ਕਰਾਂਗੇ, ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਪਹਿਲਾ ਪ੍ਰਸ਼ਨ, ਛੋਟੇ ਪ੍ਰਸ਼ਨ ਹਨ, ਇਹਨਾਂ ਨੂੰ ਧਿਆਨ ਨਾਲ ਕਰਨਾ। ਪੁੱਗਣ ਤੋਂ ਕੀ ਭਾਵ ਹੈ? ਇਹ ਸਾਰੇ ਜਿਹੜੇ ਪ੍ਰਸ਼ਨ ਹਨ ਇਹ ਸਾਰੇ ਇਸ ਪਾਠ ਦੇ ਨਾਲ ਸੰਬੰਧਿਤ ਹਨ। ਇਸ ਦਾ ਪਹਿਲਾ ਪ੍ਰਸ਼ਨ ਹੈ, ਪੁੱਗਣ ਤੋਂ ਕੀ ਭਾਵ ਹੈ? ਬੱਚੇ ਪੁੱਗਣ ਲਈ ਕੀ ਕਰਦੇ ਹਨ? ਪੁੱਗਣ ਤੋਂ ਭਾਵ ਹੈ ਇਹ ਨਿਸ਼ਚਿਤ ਕਰਨਾ ਹੁੰਦਾ ਹੈ ਕਿ ਖੇਡ ਕਿਸ ਖਿਡਾਰੀ ਨੇ ਪਹਿਲਾਂ ਸ਼ੁਰੂ ਕਰਨੀ ਹੁੰਦੀ ਹੈ। ਇਸ ਲਈ ਬੱਚੇ ਇੱਕ ਦਾਇਰੇ ਵਿੱਚ ਖੜ੍ਹੇ ਹੋ ਜਾਂਦੇ ਹਨ। ਇੱਕ ਜਣਾ ਇਕੱਲੇ ਨੂੰ ਹੱਥ ਲਾ ਕੇ ਛੰਦ ਬੋਲਦਾ ਹੈ। ਗੁੜ ਖਾਵਾਂ ਵੇਲ ਵਧਾਵਾਂ, ਮੂਲੀ ਪੱਤਰਾਂ ਵਾਲੇ ਘੋੜੇ ਆਏ, ਹੱਥ ਕੁਤਾੜੀ ਪੈਰ ਕੁਤਾੜੀ, ਨਿਕਲ ਬਾਲਿਆ ਤੇਰੀ ਵਾਰੀ। ਆਖਰੀ ਸ਼ਬਦ ਬੋਲਣ ਸਮੇਂ ਜਿਸ ਬੱਚੇ ਨੂੰ ਹੱਥ ਲੱਗਦਾ ਹੈ ਉਹ ਪੁੱਗ ਜਾਂਦਾ ਹੈ। ਇਸ ਤਰ੍ਹਾਂ ਹੋਰਨਾਂ ਨੂੰ ਪੁਗਾਉਣ ਲਈ ਇਹ ਛੰਦ ਵਾਰ-ਵਾਰ, ਯਾਨੀ ਕਿ ਦੁਬਾਰਾ ਵਾਰੀ ਬੋਲਿਆ ਜਾਂਦਾ ਹੈ। ਪੁੱਗਣ ਦਾ ਇੱਕ ਹੋਰ ਤਰੀਕਾ ਵੀ ਹੈ। ਜਿੰਨੇ ਬੱਚੇ ਖੇਡ ਵਿੱਚ ਹਿੱਸਾ ਲੈਣਾ ਚਾਹੁੰਦੇ ਹੋਣ ਉਹਨਾਂ ਵਿੱਚੋਂ ਪਹਿਲਾਂ 3 ਜਣੇ ਆਪੋ ਆਪਣੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਹੁੰਦੀਆਂ ਨੇ ਉਹਨਾਂ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਹਵਾ ਵਿੱਚ ਉਛਾਲਦੇ ਹਨ
ਤੇ ਆਪਣੇ ਹੱਥ ਪੁੱਠੇ ਸਿੱਧੇ ਰੱਖਦੇ ਹਨ। ਜੇਕਰ ਤਿੰਨਾਂ ਵਿੱਚੋਂ ਦੋ ਦੇ ਹੱਥ ਸਿੱਧੇ ਜਾਂ ਪੁੱਠੇ ਹੋਣ ਤੇ ਇੱਕ ਦੇ ਉਹਨਾਂ ਨਾਲੋਂ ਉਲਟੇ ਹੋਣ ਤਾਂ ਉਹ ਕੀ ਹੋ ਜਾਂਦਾ ਹੈ, ਪੁੱਗ ਜਾਂਦਾ ਹੈ। ਉਸ ਦੀ ਥਾਂ ਅਗਲਾ ਬੱਚਾ ਉਹਨਾਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਫਿਰ ਉਹ ਵੀ ਉਸਦੀ ਯਾਨੀ ਕਿ ਪੁੱਗਣ ਲਈ ਫਿਰ ਉੱਥੇ ਉਹੀ ਦੁਬਾਰਾ ਜਿਹੜੀ ਕਿਰਿਆ ਹੈ ਉਹ ਦੁਹਰਾਈ ਜਾਂਦੀ ਹੈ। ਇਸ ਤਰ੍ਹਾਂ ਅੰਤ ਵਿੱਚ ਜਿਹੜਾ ਪੁੱਗਣੋਂ ਰਹਿ ਜਾਂਦਾ ਹੈ ਉਸ ਦੇ ਸਿਰ ਦਾਈ ਆ ਜਾਂਦੀ ਹੈ। ਦਾਈ ਮਤਲਬ ਵਾਰੀ ਆ ਜਾਂਦੀ ਹੈ। ਜਿਹੜਾ ਪੁੱਗਦਾ ਨਹੀਂ, ਜਿਹੜਾ ਲਾਸਟ 'ਤੇ ਰਹਿ ਜਾਂਦਾ, ਉਹਦੀ ਵਾਰੀ ਆ ਜਾਂਦੀ ਹੈ, ਉਹਨੂੰ ਵਾਰੀ ਦੇਣੀ ਪੈਂਦੀ ਹੈ ਖੇਡਣ ਵਾਸਤੇ। ਦੂਜਾ ਪ੍ਰਸ਼ਨ ਹੈ, ਕਿਹੜੀਆਂ ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ? ਇਸ ਦਾ ਉੱਤਰ ਆਵੇਗਾ, ਕਈ ਲੋਕ ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ, ਜਿਵੇਂ ਕਬੱਡੀ, ਰੱਸਾਕਸ਼ੀ, ਸ਼ੱਕਰ ਭਿੱਜੀ, ਲੂਣ ਮਿਆਨੀ, ਕੂਕਾ ਕਾਂਗੜੇ ਅਤੇ ਟਿਬਲਾ ਟਿਬਲੀ ਆਦਿ। ਟੋਲੀਆਂ ਬਣਾਉਣ ਸਮੇਂ ਆੜੀ ਮਲਕਣ ਲਈ ਕੀ ਕੀਤਾ ਜਾਂਦਾ ਹੈ? ਟੋਲੀਆਂ ਬਣਾਉਣ ਸਮੇਂ ਆੜੀ ਮਲਕਣ ਲਈ ਖੇਡ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਬੱਚੇ ਯਾਨੀ ਕਿ ਜਿਹੜੇ ਬੱਚੇ ਖੇਡ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਇੱਕ ਥਾਂ 'ਤੇ ਕੀ ਕਰਦੇ ਹਨ, ਇਕੱਠੇ ਹੋ ਕੇ ਬੈਠ ਜਾਂਦੇ ਹਨ। ਉਹਨਾਂ ਦੇ ਵਿੱਚੋਂ ਦੋ ਜਣੇ ਇੱਕ ਇੱਕ ਟੋਲੀ ਦੇ ਮੁਖੀ ਬਣ ਜਾਂਦੇ ਹਨ, ਯਾਨੀ ਕਿ ਹੈੱਡ ਬਣ ਜਾਂਦੇ ਹਨ ਅਤੇ ਇੱਕ ਪਾਸੇ ਬੈਠ ਜਾਂਦੇ ਹਨ। ਬਾਕੀ ਬੱਚਿਆਂ ਵਿੱਚੋਂ ਦੋ ਜਣੇ ਇੱਕ ਪਾਸੇ ਜਾ ਕੇ ਆਪਣੇ ਫਰਜ਼ੀ ਨਾਂ ਰੱਖਦੇ ਹਨ। ਫਰਜ਼ ਕਰੋ ਕਿ ਉਹ ਆਪਣੇ ਨਾਂ ਸੋਨਾ ਅਤੇ ਚਾਂਦੀ ਰੱਖ ਲੈਂਦੇ ਹਨ। ਫਿਰ ਉਹ ਗਲਵੱਕੜੀ ਪਾ ਕੇ ਟੋਲੀਆਂ ਦੇ ਮੁਖੀਆਂ ਕੋਲ ਆ ਕੇ ਪੁੱਛਦੇ ਹਨ, ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ। ਇੱਕ ਟੋਲੀ ਦਾ ਮੁਖੀ ਸੋਨਾ ਮੰਗਦਾ ਹੈ ਤਾਂ ਸੋਨਾ ਨਾਂ ਵਾਲਾ ਬੱਚਾ ਉਸਦੀ ਟੋਲੀ ਵਿੱਚ ਜਾ ਬੈਠਦਾ ਹੈ। ਚਾਂਦੀ ਦੂਜੇ ਟੋਲੀ ਵਿੱਚ। ਇਸੇ ਤਰ੍ਹਾਂ ਹੀ ਕੀ ਹੁੰਦਾ ਹੈ ਕਿ ਸਾਰੇ ਬੱਚੇ ਹੁਣੇ ਜਾਂਦੇ ਹਨ, ਯਾਨੀ ਕਿ ਸਾਰੇ ਬੱਚੇ ਜਿਹੜੇ ਨੇ ਆਪਣੀ ਆਪਣੀ ਟੋਲੀ ਚੁਣ ਲੈਂਦੇ ਹਨ ਕਿ ਉਹਨਾਂ ਨੇ ਕਿਹੜੀ ਟੋਲੀ ਦੇ ਨਾਲ ਦੂਸਰੀ ਟੋਲੀ ਨਾਲ ਖੇਡਣਾ ਹੈ। ਇਸ ਦਾ ਅਗਲਾ ਪ੍ਰਸ਼ਨ ਹੈ, ਜੇਕਰ ਛੂਹੇ ਜਾਣ ਯਾਨੀ ਕਿ ਜਦੋਂ ਵਾਰੀ ਖੇਡਦੇ ਹੋ, ਜੇ ਕਿਸੇ ਨੂੰ ਤੁਸੀਂ ਹੱਥ ਲਾ ਦਿੰਦੇ ਹੋ ਅਤੇ ਉਸ ਉੱਤੇ ਕੋਈ ਬੱਚਾ ਦਾਈ ਜਾਂ ਮੀਤੀ ਨਾ ਦੇਵੇ ਤਾਂ ਕੀ ਸਮਝਿਆ ਜਾਂਦਾ ਹੈ? ਇਸ ਲਈ ਕਿਹੜਾ ਗੀਤ ਗਾਇਆ ਜਾਂਦਾ ਹੈ? ਇਸ ਦਾ ਉੱਤਰ ਆਵੇਗਾ, ਖੇਡਦੇ ਸਮੇਂ ਛੂਹੇ ਜਾਣ ਉੱਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਦਾਈ ਮੀਟੀ ਹੁੰਦੀ ਹੈ, ਆਪਣੀ ਵਾਰੀ ਨਾ ਦੇਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਹੱਥ ਉਸ ਦੇ ਸਿਰ ਉੱਤੇ ਭਾਰ ਚਾੜੇਗਾ, ਯਾਨੀ ਕਿ ਰੱਬ ਜਿਹੜਾ ਹੈ ਉਹ ਕਹਿੰਦੇ ਨੇ ਕਿ ਜੇ ਅਗਰ ਕਿਸੇ ਦੀ ਵਾਰੀ ਆਉਂਦੀ ਹੈ, ਉਹ ਆਪਣੀ ਵਾਰੀ ਨਹੀਂ ਦਿੰਦਾ ਖੇਡਣ ਵਾਸਤੇ ਤਾਂ ਉਸਨੂੰ ਬੱਚੇ ਨੂੰ ਕਹਿੰਦੇ ਨੇ ਕਿ ਰੱਬ ਉਸਦੇ ਸਿਰ ਉੱਤੇ ਭਾਰ ਚਾੜੇਗਾ। ਜੇਕਰ ਕੋਈ ਬੱਚਾ ਆਪਣੀ ਮੀਟੀ ਛੱਡ ਕੇ ਨੱਸ ਜਾਂਦਾ ਹੈ ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹੋਏ ਉਸ ਦੇ ਕੀ ਕਰਦੇ ਹਨ, ਘਰ ਤੱਕ ਚਲੇ ਜਾਂਦੇ ਹਨ। ਸਾਡੀ ਪਿੱਤ ਦੱਬਣਾ, ਘਰ ਦੇ ਚੂਹੇ ਚੱਬਣਾ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੂੰ ਮਾਰੀ ਇੱਟ, ਚਾਹੇ ਰੋ ਚਾਹੇ ਪਿੱਟ। ਇਹ ਬੱਚੇ ਫਿਰ ਉਹਦੇ ਘਰ ਜਾ ਕੇ ਬੋਲਦੇ ਹਨ। ਜੇਕਰ ਕੋਈ ਬੱਚਾ ਆਪਣੀ ਵਾਰੀ ਛੱਡ ਕੇ ਚਲਾ ਜਾਂਦਾ ਹੈ, ਖੇਡਦਾ ਨਹੀਂ ਹੈ, ਤਾਂ ਉਸਦੇ ਘਰ ਜਾ ਕੇ ਸਾਰੇ ਬਾਕੀ ਦੇ ਬੱਚੇ, ਟੋਲੀ ਵਾਲੇ ਬੱਚੇ ਉਸਦੇ ਘਰ ਜਾ ਕੇ ਬੋਲਦੇ ਹਨ, ਸਾਡੀ ਪਿੱਤ ਦੱਬਣਾ, ਘਰ ਦੇ ਚੂਹੇ ਚੱਬਣਾ, ਇੱਕ ਚੂਹਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੂੰ ਮਾਰੀ ਇੱਟ, ਚਾਹੇ ਰੋ ਤੇ ਚਾਹੇ ਪਿੱਟ। ਅਗਲਾ ਪ੍ਰਸ਼ਨ ਹੈ, ਲੋਕ ਖੇਡਾਂ ਕਿਵੇਂ ਸਾਡੇ ਪੇਂਡੂ ਲੋਕਾਂ ਦੇ ਜੀਵਨ ਦਾ ਵਿਸ਼ੇਸ਼ ਅੰਗ ਰਹੀਆਂ ਹਨ? ਇਸ ਦਾ ਉੱਤਰ ਆਵੇਗਾ, ਲੋਕ ਖੇਡਾਂ ਆਦਿਕਾਲ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ। ਇਹ ਹਰ ਪਿੰਡ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਹਨ। ਇਸ ਦੇ ਵਿੱਚ ਇਹ ਆਖਣ ਵਾਲੇ ਪਿੰਡ ਦੀ ਜੂਹ ਵਿੱਚ ਖੇਡੀਆਂ ਜਾਂਦੀਆਂ ਹਨ। ਸਾਰੇ ਪਿੰਡ ਦੇ ਬੱਚੇ ਬਿਨਾਂ ਕਿਸੇ ਵਿਤਕਰੇ ਤੋਂ ਰਲ ਮਿਲ ਕੇ ਖੇਡਦੇ ਅਤੇ ਇਹਨਾਂ ਦਾ ਕੀ ਕਰਦੇ ਹਨ, ਆਨੰਦ ਉਠਾਉਂਦੇ ਹਨ। ਸਾਰਾ ਪਿੰਡ ਰਲ ਕੇ ਖਿਡਾਰੀਆਂ ਦੀਆਂ ਖੁਰਾਕਾਂ ਅਤੇ ਘਿਓ ਦੇ ਪੀਪਿਆਂ ਦਾ ਪ੍ਰਬੰਧ ਕਰਦਾ ਹੈ। ਮੇਲਿਆਂ ਵਿੱਚ ਕਿਸੇ ਦਾ ਪਹਿਲਵਾਨੀ ਦੇ ਵਿੱਚ ਪਿੰਡ ਦਾ ਨਾਂ ਚਮਕਾਉਣਾ, ਕਿਸੇ ਦਾ ਮੂੰਗਲੀਆਂ ਫੇਰਨਾ, ਬੋਰੀ ਚੁੱਕਣਾ, ਰੱਸਾਕਸ਼ੀ ਅਤੇ ਕਬੱਡੀ ਵਿੱਚ ਬਾਜੀ ਮਾਰਨਾ ਸਾਡੇ ਪਿੰਡ ਲਈ ਮਾਣ ਦੀ ਗੱਲ ਬਣ ਜਾਂਦੀ ਹੈ। ਸਮੁੱਚੇ ਪਿੰਡ ਦੀ ਸ਼ਾਨ ਲਈ ਰਲ ਮਿਲ ਕੇ ਖੇਡਿਆ ਜਾਂਦਾ ਹੈ। ਖੇਡਾਂ ਦੇ ਆਹਰ ਵਿੱਚ ਲੱਗੇ ਨੌਜਵਾਨ ਘੱਟ ਹੀ ਹੁਕਾਰੇ ਪੈਂਦੇ ਹਨ, ਯਾਨੀ ਕਿ ਕੁਰਾਰੇ ਪੈਂਦੇ ਹਨ। ਅਗਲਾ ਪ੍ਰਸ਼ਨ ਹੈ, ਕੁਸ਼ਤੀਆਂ ਦਾ ਪੰਜਾਬੀ ਜੀਵਨ ਵਿੱਚ ਕੀ ਮਹੱਤਵ ਰਿਹਾ ਹੈ? ਇਸ ਦਾ ਉੱਤਰ ਆਵੇਗਾ, ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਰਹੀਆਂ ਹਨ ਅਤੇ ਪਿੰਡਾਂ ਵਿੱਚ ਹਰ ਵਰ੍ਹੇ ਮਤਲਬ
ਹਰ ਸਾਲ ਛਿੰਝਾਂ ਪੈਂਦੀਆਂ ਅਤੇ ਮੇਲਿਆਂ ਦੇ ਵਿੱਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ, ਜਿਨ੍ਹਾਂ ਤੋਂ ਪੰਜਾਬੀ ਗੱਭਰੂਆਂ ਨੂੰ ਸਾਹਸ, ਸ਼ਕਤੀ ਅਤੇ ਉਤਸ਼ਾਹ ਪ੍ਰਾਪਤ ਹੁੰਦਾ ਹੈ। ਪੰਜਾਬ ਦੀ ਧਰਤੀ ਨੇ ਹੀ ਗਾਮਾ, ਗੂੰਗਾ, ਮੇਹਰਦੀਨ, ਕੇਸਰ ਸਿੰਘ ਅਤੇ ਦਾਰਾ ਸਿੰਘ ਵਰਗੇ ਜਗਤ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ। 7ਵਾਂ ਪ੍ਰਸ਼ਨ ਹੈ, ਕਬੱਡੀ ਕਿਹੋ ਜਿਹੀ ਖੇਡ ਹੈ? ਕਬੱਡੀ ਜਿਹੜੀ ਹੈ ਉਹ ਪੰਜਾਬੀਆਂ ਦੀ ਕੌਮੀ ਖੇਡ ਹੈ। ਕੌਮੀ ਮਤਲਬ ਨੈਸ਼ਨਲ ਖੇਡ। ਇਸ ਤੋਂ ਇਹਨਾਂ ਦੇ ਸੁਭਾਅ, ਮਰਦੋਪਣੇ ਅਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਅਤੇ ਸੋਚੀ ਕੌਡੀ ਕਬੱਡੀ ਦੀਆਂ ਹੋਰ ਹਰਮਨ ਪਿਆਰੀਆਂ ਕਿਸਮਾਂ ਹਨ। ਅੱਜ ਕੱਲ੍ਹ ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਪ੍ਰਚਲਿਤ ਹੈ। ਛਪਾਰ ਦੇ ਪਿੰਡ ਮੇਲੇ ਦੇ ਵਿੱਚ ਹੁੰਦੇ ਸੌਚੀ ਪੱਕੀ ਦੇ ਮੁਕਾਬਲੇ ਪ੍ਰਸਿੱਧ ਹਨ। ਇਹ ਖੇਡ ਬਾਕਸਿੰਗ ਨਾਲ ਮਿਲਦੀ ਜੁਲਦੀ ਹੁੰਦੀ ਹੈ। ਅਗਲਾ ਪ੍ਰਸ਼ਨ ਹੈ, ਲੂਣ ਅਤੇ ਲੱਲੇ ਕਿਹੋ ਜਿਹੀ ਖੇਡ ਹੈ? ਇਸ ਦਾ ਉੱਤਰ ਆਵੇਗਾ, ਲੂਣ ਅਤੇ ਲੱਲੇ ਦੀ ਖੇਡ ਪਿੰਡੋਂ ਬਾਹਰ ਕਿਸੇ ਖੁੱਲ੍ਹੀ ਥਾਂ ਉੱਤੇ ਖੇਡੀ ਜਾਂਦੀ ਹੈ। ਇਸ ਵਿੱਚ ਖਿਡਾਰੀਆਂ ਦੀ ਯਾਨੀ ਕਿ ਜਿਹੜੇ ਖੇਡਣ ਵਾਲੇ ਹੁੰਦੇ ਨੇ ਉਹਨਾਂ ਦੀ ਗਿਣਤੀ ਕੀ ਹੁੰਦੀ ਹੈ? ਨਿਸ਼ਚਿਤ ਨਹੀਂ ਹੁੰਦੀ। ਸਾਰੇ ਖਿਡਾਰੀ 3-3, 4-4 ਮੀਟਰ ਦੇ ਫਾਸਲੇ ਉੱਤੇ ਯਾਨੀ ਕਿ ਗੈਪ ਲੈ ਕੇ 3-4 ਇੰਚ ਲੰਮੇ ਚੌੜੇ ਅਤੇ ਡੂੰਘੇ ਟੋਏ ਪੁੱਟਦੇ ਹਨ, ਯਾਨੀ ਕਿ ਖੱਡਾ, ਜ਼ਮੀਨ ਦੇ ਵਿੱਚ ਖੱਡਾ ਖੋਦਦੇ ਹਨ, ਜਿਨ੍ਹਾਂ ਨੂੰ ਲੱਲੇ ਕਿਹਾ ਜਾਂਦਾ ਹੈ। ਇਹਨਾਂ ਵਿੱਚ ਸਾਰੇ ਖਿਡਾਰੀ ਆਪਣੇ ਖੁੰਡਿਆਂ ਨੂੰ ਰੱਖ ਕੇ ਖੜ੍ਹੇ ਹੋ ਜਾਂਦੇ ਹਨ। ਇੱਕ ਜਣਾ ਜ਼ੋਰ ਨਾਲ ਖਿੱਦੇ ਤੋਂ ਉਹਨੂੰ ਟੱਲਾ ਮਾਰਦਾ ਅਤੇ ਦਾਈ ਵਾਲਾ, ਦਾਈ ਮਤਲਬ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਦਾਈ ਕਹਿੰਦੇ ਜਿਸ ਦੀ ਵਾਰੀ ਹੁੰਦੀ ਹੈ, ਦਾਈ ਵਾਲਾ ਖਿੱਦੋ ਨੂੰ ਦੌੜ ਕੇ ਫੜਦਾ ਅਤੇ ਨੇੜੇ ਦੇ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ। ਜੇਕਰ ਖਿੱਦੋ ਖਿਡਾਰੀ ਨੂੰ ਲੱਗ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ, ਦਾਈ ਮਤਲਬ ਵਾਰੀ ਆ ਜਾਂਦੀ, ਅਤੇ ਉਹ ਆਪਣਾ ਖੁੰਡਾ ਅਤੇ ਲੱਲਾ ਦਾਈ ਵਾਲੇ ਨੂੰ ਸੌਂਪ ਦਿੰਦਾ। ਖੇਡ ਨੂੰ ਮਗਾਈ ਰੱਖਣ ਲਈ ਖਿਡਾਰੀ ਆਪਣੇ ਲੱਲੇ ਛੱਡ ਕੇ ਖਿੱਦੋ ਮਗਰ ਦੌੜਦੇ। ਜੇਕਰ ਦਾਈ ਵਾਲਾ ਕਿਸੇ ਦੇ ਲੱਲੇ ਵਿੱਚ ਪੈਰ ਰੱਖ ਦਿੰਦਾ ਤਾਂ ਦਾਈ ਉਸਦੇ ਸਿਰ ਆ ਜਾਂਦੀ। ਹੁਣ ਇਹ ਖੇਡ ਅਲੋਪ ਹੋ ਚੁੱਕੀ ਹੈ, ਯਾਨੀ ਕਿ ਇਹ ਜਿਹੜੀ ਖੇਡ ਸੀ ਇਹ ਪਹਿਲਾਂ ਖੇਡੀ ਜਾਂਦੀ, ਹੁਣ ਅੱਜ ਕੱਲ੍ਹ ਇਹਨਾਂ ਖੇਡਾਂ ਨੂੰ ਕੋਈ ਵੀ ਨਹੀਂ ਖੇਡਦਾ। ਡੰਡ ਪਲਾਂਗੜਾ ਖੇਡ ਕਿਸ ਤਰ੍ਹਾਂ ਖੇਡੀ ਜਾਂਦੀ ਹੈ? ਡੰਡ ਪਲਾਂਗੜਾ ਪੀਲ ਪਲਿੰਗਣ ਜਾਂ ਡੰਡਾ ਡੁੱਕ ਗਰਮੀਆਂ ਵਿੱਚ ਪਿੱਪਲਾਂ, ਬੋੜਾਂ ਅਤੇ ਟਾਹਣੀਆਂ ਦੇ ਰੁੱਖਾਂ ਹੇਠ ਖੇਡੀ ਜਾਂਦੀ ਹੈ। ਪੁੱਗ ਤੇ ਦਾਈ ਬਣਿਆ ਖਿਡਾਰੀ ਦਾਈ ਦਿੰਦਾ ਹੈ, ਬਾਕੀ ਸਾਰੇ ਰੁੱਖ ਉੱਤੇ ਚੜ੍ਹ ਜਾਂਦੇ ਹਨ। ਰੁੱਖ ਹੇਠ ਇੱਕ ਦਾਇਰੇ ਵਿੱਚ 2 ਕੁ ਫੁੱਟ ਦਾ ਇੱਕ ਡੰਡਾ ਰੱਖਿਆ ਜਾਂਦਾ ਹੈ। ਰੁੱਖ ਤੋਂ ਹੇਠਾਂ ਉਤਰ ਕੇ ਖਿਡਾਰੀ ਦਾਇਰੇ ਵਿੱਚ ਡੰਡਾ ਚੁੱਕ ਕੇ ਆਪਣੀ ਲੱਤ ਹੇਠੋਂ ਘੁਮਾਉਂਦਾ ਹੈ, ਯਾਨੀ ਕਿ ਆਪਣੀ ਲੱਤ ਦੇ ਹੇਠੋਂ ਉਹਨੂੰ ਗੋਲ ਘੁਮਾ ਕੇ ਕੀ ਕਰਦਾ, ਦੂਰ ਸੁੱਟ ਕੇ ਮੁੜ ਕਿਆ ਹੁੰਦਾ ਵਾਪਸ ਜਿਹੜਾ ਹੈ ਉਹ ਦਰਖਤ ਦੇ ਉੱਤੇ ਚੜ੍ਹ ਜਾਂਦਾ ਹੈ। ਜਿਸ ਦੀ ਵਾਰੀ ਹੁੰਦੀ ਹੈ ਉਹ ਦੌੜ ਕੇ ਡੰਡੇ ਨੂੰ ਚੁੱਕ ਕੇ ਵਾਪਸ ਦਾਇਰੇ ਵਿੱਚ ਰੱਖ ਦਿੰਦਾ ਹੈ ਅਤੇ ਬਾਕੀ ਖਿਡਾਰੀਆਂ ਨੂੰ ਪਕੜਨ ਲਈ, ਛੂਹਣ ਲਈ ਯਾਨੀ ਕਿ ਰੁੱਖ ਉੱਤੇ ਚੜ੍ਹਦਾ ਹੈ। ਫਿਰ ਖਿਡਾਰੀ ਟਹਿਣੀਆਂ ਨਾਲ ਲਮਕ ਕੇ ਯਾਨੀ ਕਿ ਉਹਨਾਂ ਦੇ ਉੱਤੇ ਲਟਕ ਕੇ ਹੇਠਾਂ ਛਾਲਾਂ ਮਾਰਦੇ ਹਨ ਅਤੇ ਡੰਡੇ ਨੂੰ ਚੁੱਕ ਕੇ ਚੁੰਮਦੇ ਹਨ। ਜਿਸ ਖਿਡਾਰੀ ਨੂੰ ਦਾਈ ਵਾਲਾ ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਵੇ, ਵਾਰੀ ਜਿਹੜੀ ਹੈ ਉਸਦੇ ਸਿਰ ਆ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਹੈ ਖੇਡ ਅੱਗੇ ਚਲਦੀ ਰਹਿੰਦੀ ਹੈ। ਅਗਲਾ ਪ੍ਰਸ਼ਨ ਹੈ, ਬਾਂਦਰ ਕਿੱਲਾ ਖੇਡ ਬਾਰੇ ਤੁਸੀਂ ਕੀ ਜਾਣਦੇ ਹੋ? ਬਾਂਦਰ ਕਿੱਲਾ ਖੇਡ ਆਮ ਕਰਕੇ ਸਰਦੀਆਂ ਦੀ ਰੁੱਤ ਵਿੱਚ ਖੇਡੀ ਜਾਂਦੀ ਹੈ। ਇਹ ਖੇਡ ਮੁੰਡੇ ਕੁੜੀਆਂ ਰਲ ਕੇ ਖੇਡਦੇ ਹਨ। ਇਸ ਦੇ ਵਿੱਚ ਜਿਹੜਾ ਹੈ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ, ਯਾਨੀ ਕਿ ਇਸ ਖੇਡ ਦੇ ਵਿੱਚ ਜਿੰਨੇ ਮਰਜ਼ੀ ਖਿਡਾਰੀ ਜਿਹੜੇ ਹਨ ਉਹ ਖੇਡ ਸਕਦੇ ਹਨ। ਮੈਦਾਨ ਵਿੱਚ ਕਿੱਲਾ ਗੱਡ ਕੇ ਉਸ ਨਾਲ 3-4 ਮੀਟਰ ਲੰਮੀ ਰੱਸੀ ਬੰਨ੍ਹੀ ਜਾਂਦੀ ਹੈ। ਕਿੱਲੇ ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ। ਵਾਰੀ ਵਾਲਾ ਰੱਸੀ ਨੂੰ ਫੜ ਕੇ ਕਿੱਲੇ ਦੁਆਲੇ ਬਾਂਦਰ ਵਾਂਗ ਟਪੋਸੀਆਂ ਮਾਰਦਾ ਹੋਇਆ, ਬਾਂਦਰ ਵਾਂਗ ਟਪੋਸੀਆਂ ਮਤਲਬ ਜਿਵੇਂ ਬਾਂਦਰ ਫੁਦਕਦਾ ਹੋਇਆ ਜਾਂਦਾ ਹੈ ਉਸਨੂੰ ਕਹਿੰਦੇ ਨੇ ਟਪੋਸੀਆਂ ਮਾਰਦਾ ਹੈ, ਉਹ ਘੁੰਮਦਾ ਹੈ ਅਤੇ ਜੁੱਤੀਆਂ ਦੀ ਰਾਖੀ ਕਰਦਾ ਹੈ। ਖਿਡਾਰੀ ਚੌਹਾਂ ਪਾਸਿਆਂ ਤੋਂ ਯਾਨੀ ਕਿ ਚਾਰੋਂ ਪਾਸਿਆਂ ਤੋਂ ਜੁੱਤੀਆਂ ਚੁੱਕਣ ਦੀ ਯਤਨ ਕਰਦਾ ਹੈ ਅਤੇ ਵਾਰੀ ਵਾਲਾ ਉਹਨਾਂ ਨੂੰ ਹੱਥਾਂ ਪੈਰਾਂ ਨਾਲ ਛੂੰਹਦਾ ਹੈ। ਜਿਸ ਨੂੰ ਉਹ ਛੂਹ ਲਵੇ ਯਾਨੀ ਕਿ ਜਿਸਦਾ ਉਹਦਾ ਹੱਥ ਪੈਰ ਲੱਗ ਜਾਵੇ ਉਸਨੂੰ ਦਾਈ ਯਾਨੀ ਕਿ ਵਾਰੀ ਉਸਦੇ ਸਿਰ ਆ ਜਾਂਦੀ ਹੈ। ਜੇਕਰ ਉਹ ਉਸਨੂੰ ਨਾ ਛੂਹ ਸਕੇ ਤਾਂ ਸਾਰੀਆਂ ਜੁੱਤੀਆਂ ਚੁੱਕੇ ਜਾਣ ਮਗਰੋਂ ਉਹ ਕਿੱਲੇ ਵਾਲੀ ਥਾਂ ਤੋਂ
25-30 ਮੀਟਰ ਦੂਰ ਜਾ ਕੇ ਖੜਾ ਹੋ ਜਾਂਦਾ ਹੈ। ਬਾਕੀ ਖਿਡਾਰੀ ਜਿਹੜੇ ਹਨ ਉਹ ਆਪਣੀਆਂ ਜੁੱਤੀਆਂ ਚੁੱਕ ਕੇ ਕਿੱਲੇ ਦੀ ਕੀ ਕਰਦੇ ਹਨ, ਉੱਥੇ ਲਾਈਨ ਬਣਾ ਕੇ ਖੜੇ ਹੋ ਜਾਂਦੇ ਹਨ। ਦਾਈ ਵਾਲਾ ਯਾਨੀ ਕਿ ਵਾਰੀ ਵਾਲਾ ਜਿਹੜਾ ਹੈ ਉਹ ਇਹਨਾਂ ਵੱਲ ਚੰਮ ਦੀਆਂ ਰੋਟੀਆਂ, ਚਿਚੜਾਂ ਦੀ ਦਾਲ ਖਾ ਲਓ ਮੁੰਡਿਆਂ ਸਵਾਦਾਂ ਨਾਲ ਕਹਿੰਦਾ ਹੋਇਆ ਸ਼ੂਟ ਵੱਟ ਕੇ ਇਹਨਾਂ ਵੱਲ ਦੌੜਦਾ ਹੈ। ਦੂਜੇ ਖਿਡਾਰੀ ਉਸ ਉੱਤੇ ਟੁੱਟ ਕੇ ਪੈ ਜਾਂਦੇ ਹਨ ਅਤੇ ਉਹਨਾਂ ਜੁੱਤੀਆਂ ਦੀ ਵਰਖਾ ਵੀ ਕਰਦੇ ਹਨ। ਜਦੋਂ ਤੱਕ ਵਾਰੀ ਵਾਲਾ ਕਿੱਲੇ ਕੋਲ ਪਹੁੰਚ ਕੇ ਮੁੜ ਰੱਸੀ ਨਹੀਂ ਫੜ ਲੈਂਦਾ, ਤਦੋਂ ਤੱਕ ਉਸਦੇ ਸਿਰ ਉੱਤੇ ਜੁੱਤੀਆਂ ਵਰਦੀਆਂ ਰਹਿੰਦੀਆਂ ਹਨ। ਬੱਚੇ ਫਿਰ ਜੁੱਤੀਆਂ ਕਿੱਲੇ ਕੋਲ ਰੱਖ ਦਿੰਦੇ ਹਨ। ਜਦ ਤੱਕ ਉਹ ਕਿਸੇ ਨੂੰ ਛੂਹ ਨਾ ਲਵੇ, ਦਾਈ ਉਸੇ ਸਿਰ ਹੀ ਰਹਿੰਦੀ ਹੈ। ਦਾਈ ਮਤਲਬ ਵਾਰੀ ਜਿਹੜੀ ਹੈ ਉਸੇ ਸਿਰ ਹੀ ਰਹਿੰਦੀ ਹੈ। ਵਡੇਰਿਆਂ ਦੇ ਖੇਡਣ ਵਾਲੀਆਂ ਲੋਕ ਖੇਡਾਂ ਕਿਹੜੀਆਂ ਹਨ, ਉਹਨਾਂ ਦੇ ਨਾਂ ਹਨ। ਇਹ ਪ੍ਰਸ਼ਨ ਜਿਹੜੇ ਇਸ ਦੇ ਵਿੱਚ ਨਹੀਂ ਹੈ, ਮੈਂ ਤੁਹਾਨੂੰ ਵੈਸੇ ਹੀ ਕਰਵਾ ਰਹੀ ਹਾਂ 2 ਕੁਐਸਚਨ। ਜਿਹੜਾ ਹੈ ਵਡੇਰਿਆਂ ਦੇ ਖੇਡਣ ਵਾਲੀਆਂ ਲੋਕ ਖੇਡਾਂ ਦੇ ਨਾਂ ਲਿਖੋ। ਉਹ ਨਾਂ ਹਨ 12 ਠੀਕਰੀ, 12 ਟਾਹਣੀ, ਸ਼ਤਰੰਜ, ਚੌਪੜ, ਤਾਸ਼, ਥੋੜਾ ਖੂਹ, ਬੋੜਾ ਖੂਹ ਅਤੇ ਖੱਡਾ ਆਦਿ ਵਡੇਰਿਆਂ ਦੀਆਂ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ। ਪੰਜਾਬ ਦੀਆਂ ਲੋਕ ਖੇਡਾਂ ਲੇਖ ਕਿਸ ਦੀ ਰਚਨਾ ਹੈ? ਇਸ ਦਾ ਉੱਤਰ ਆਵੇਗਾ ਸੁਖਦੇਵ ਮਾਦਪੁਰੀ। ਸੁਖਦੇਵ ਮਾਦਪੁਰੀ ਦਾ ਲਿਖਿਆ ਲੇਖ ਕਿਹੜਾ ਹੈ? ਪੰਜਾਬ ਦੀਆਂ ਲੋਕ ਖੇਡਾਂ।